ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਅੱਜ ਮੇਰੇ ਨਾਲ ਨੇ ਸਾਡੇ ਛੋਟੇ ਵੀਰ ਖਾਸ ਮਹਿਮਾਨ ਸਾਡੇ ਹਰਿੰਦਰ ਹੁੰਦਲ ਹੀਰੀ, ਜਿਹੜੇ ਹਰ ਸੋਮਵਾਰ ਵਾਲੇ ਦਿਨ ਆ ਕੇ ਸਾਡੇ ਨਾਲ ਸਾਂਝ ਪਾਉਂਦੇ ਨੇ, ਜਿਹੜੇ ਸਾਡੇ ਇੱਥੋਂ ਦੇ ਕੈਨੇਡੀਅਨ ਕੁਝ ਮਸਲੇ ਹੁੰਦੇ ਨੇ। ਤੇ ਅੱਜ ਅਸੀਂ ਗੱਲਬਾਤ ਕਰਨੀ ਆ ਉਹਨਾਂ ਦੇ ਨਾਲ। ਇੱਕ ਟਰੱਕਰ ਦੀ ਸਟ੍ਰਾਈਕ ਚੱਲ ਰਹੀ ਆ ਜਿਹਨੂੰ ਫਰੀडम ਕਨਵਾਏ ਦਾ ਨਾਂ ਦਿੱਤਾ ਗਿਆ, ਔਰ ਉਹ ਕੱਲ੍ਹ ਦੀ ਮੇਰੇ ਖਿਆਲ ਪਹੁੰਚੇ ਹੋਏ ਆਟਵਾ। ਔਰ ਕਿਹਾ ਜਾਂਦਾ ਹੈ ਕਿ ਕੁਛ ਇੱਕ ਲੋਕ ਜਿਹੜੇ ਨੇ, ਮੈਂ ਜਾਣਾਂਗੇ ਸਾਰੀਆਂ ਗੱਲਾਂ ਉਹਨਾਂ ਕੋਲੋਂ, ਕਿ ਕੁਝ ਇੱਕ ਸਿਕਿਉਰਿਟੀ ਨੂੰ ਖਤਰਾ ਹੋਣ ਦੀ ਸੰਭਾਵਨਾ ਨਜ਼ਰ ਆਉਂਦੀ ਸੀ। ਇਸ ਕਰਕੇ ਟਰੂਡੋ ਹਰੀ ਥੋੜ੍ਹਾ ਸੇਫ ਜਗ੍ਹਾ 'ਤੇ ਉਹਨਾਂ ਨੂੰ ਲਿਜਾਇਆ ਗਿਆ, ਜਿੱਦਾਂ ਦੱਸਿਆ ਜਾ ਰਿਹਾ ਸੀ ਨਿਊਜ਼ ਦੇ ਵਿੱਚ। ਅਤੇ ਜਿਹੜੀ ਲੇਟੈਸਟ ਜਾਣਕਾਰੀ ਆ, ਇਹ ਕਿਉਂ ਹੋਇਆ, ਕਿਉਂ ਇਹ ਕੌਨਵਾਈ ਬਣੀ, ਕੀ ਇਹਦੇ ਪਿੱਛੇ ਵਜ੍ਹਾ ਨੇ, ਕਿਉਂਕਿ ਜਿਹੜੀਆਂ ਕੋਵਿਡ ਨੇ ਸਾਨੂੰ ਬਹੁਤ ਸਾਰੀਆਂ ਸਮੱਸਿਆ 'ਚ ਘੇਰਿਆ। ਜਿੱਥੇ ਇੱਕ ਪਾਸੇ ਸਾਡੀ ਇਕੋਨਮੀ ਦਾਅ 'ਤੇ ਲੱਗੀ ਹੋਈ ਆ, ਉੱਥੇ ਨਾਲ ਦੀ ਨਾਲ ਸਾਡੇ ਨਿੱਕੇ ਮੋਟੇ ਕਾਰੋਬਾਰ ਜਿਹੜੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਦਾ ਵੀ ਜਿਹੜਾ ਬੜਾ ਵੱਡਾ ਨੁਕਸਾਨ ਜਿਹੜਾ ਲਗਾਤਾਰ ਹੁੰਦਾ ਰਿਹਾ। ਦੂਜੇ ਪਾਸੇ ਕੋਵਿਡ ਦੇ ਕੋਈ ਸਮਝ ਨਹੀਂ ਲੱਗ ਰਹੀ ਕਿ ਲਗਾਤਾਰ ਇੱਕ ਵੇਰੀਐਂਟ, ਦੂਜਾ ਵੇਰੀਐਂਟ, ਔਰ ਇੰਨਾ ਪੈਸਾ ਖਰਚਣ ਦੇ ਬਾਵਜੂਦ ਵੀ ਜਿਹੜੀ ਵੈਕਸੀਨ ਵੀ ਬਣੀਆਂ ਨੇ, ਹੁਣ ਕਿਹਾ ਜਾ ਰਿਹਾ ਹੈ ਕਿ ਉਹਦੀਆਂ ਬੂਸਟਰ ਡੋਜ਼ 1 ਡੋਜ਼ 2 ਡੋਜ਼ 3 ਡੋਜ਼ ਪਤਾ ਨਹੀਂ ਕਿੰਨੀਆਂ ਕੁ ਲੱਗਣੀਆਂ ਨੇ। ਅਤੇ ਅਖੀਰ ਦੇ ਵਿੱਚ ਇਹ ਫਲੂ ਦੀ ਤਰ੍ਹਾਂ ਸ਼ਾਇਦ ਸਾਡਾ ਰੈਗੂਲਰ ਇੱਕ ਜਿਹੜਾ ਉਹ ਹਿੱਸਾ ਬਣ ਜਾਣਾ ਹੈ ਜ਼ਿੰਦਗੀ ਦਾ, ਕਿ ਸਾਨੂੰ ਹਰ ਸਾਲ ਹੀ ਸ਼ਾਇਦ ਜਿਹੜੀਆਂ ਕੋਵਿਡ ਦੀਆਂ ਵੈਕਸੀਨ ਨੇ ਇਹ ਲਵਾਉਣੀਆਂ ਪੈਣਗੀਆਂ। ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ, ਆਪਾਂ ਉੱਧਰ ਨਹੀਂ ਜਾਂਦੇ ਅੱਜ, ਪਰ ਅੱਜ ਮੁੱਖ ਤੌਰ 'ਤੇ ਸਾਡੀ ਗੱਲਬਾਤ ਜਿਹੜੀ ਆ ਉਹ ਰਹਿ ਗਈ ਹਰਿੰਦਰ ਰਾਣਾ ਨਾਲ, ਜਿਹੜੀ ਟਰੱਕਰ ਦੀ ਸਟ੍ਰਾਈਕ ਆ ਉਹਦੇ 'ਤੇ ਗੱਲ ਕਰਾਂਗੇ। ਹਾਂਜੀ, ਤੁਹਾਡਾ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਹੁੰਦਲ ਸਾਹਿਬ ਜੀ, ਆਇਆਂ ਨੂੰ ਜੀ, ਵੈਲਕਮ। ਹਰਜੀਤ ਜੀ, ਬਹੁਤ ਬਹੁਤ ਧੰਨਵਾਦ। ਪੰਜਾਬੀ ਦੁਨੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਜੀ ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ ਜੀ। ਜੀ ਹਰਿੰਦਰ ਜੀ, ਜਿੱਦਾਂ ਮੈਂ ਦੱਸਿਆ ਹੈ ਕਿ ਲਗਾਤਾਰ ਕਈ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਸੀ ਕਿ ਵੈਨਕੂਵਰ ਤੋਂ ਚੱਲੇ ਹੋਏ ਟਰੱਕ ਜਿਹੜੇ ਨੇ, ਕਿਹਾ ਜਾਂਦਾ ਕਿ 20,000 ਦੇ ਕਰੀਬ ਟਰੱਕ ਆਟਵਾ 'ਚ ਪਹੁੰਚ ਗਏ ਅਤੇ 50,000 ਦੇ ਕਰੀਬ ਉਹਦੇ ਵਿੱਚ ਜਿਹੜੇ ਲੋਕ ਨੇ ਉਹ ਪਹੁੰਚੇ ਹੋਏ ਨੇ ਉੱਥੇ। ਇਹ ਸਾਰੀ ਘਟਨਾਕ੍ਰਮ ਜਿਹੜਾ ਕੀ ਆ? ਹਰਜੀਤ ਜੀ, ਜਦੋਂ ਕੈਨੇਡਾ ਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ 15 ਜਨਵਰੀ ਤੋਂ ਜਿਹੜੇ ਵੀ ਟਰੱਕਰਸ ਕੈਨੇਡਾ ਆਉਣਗੇ, ਜੇ ਉਹ ਡਬਲ ਵੈਕਸੀਨੇਟਡ ਹੋਣਗੇ ਤੇ ਆ ਸਕਦੇ, ਜੇ ਨਹੀਂ ਹੋਣਗੇ ਤੇ ਉਹਨਾਂ ਨੂੰ ਕੁਆਰੰਟੀਨ ਕਰਨਾ ਪਏਗਾ। ਇਹੋ ਫੈਸਲਾ ਅਮਰੀਕਾ ਨੇ ਵੀ ਕੀਤਾ ਵੀ ਕੋਈ ਵੀ ਜਿਹੜਾ ਬਾਹਰੋਂ ਬੰਦਾ ਆਉਂਦਾ, ਜਾਂ ਉਹ ਵੈਕਸੀਨੇਟਡ ਹੋਵੇ ਤੇ ਜਾਂ ਉਹਨੂੰ ਕੁਆਰੰਟੀਨ ਕਰਨਾ ਪਏਗਾ। ਤਾਂ ਕੈਨੇਡਾ ਨੇ ਵੀ ਇਹ ਫੈਸਲਾ ਲਿਆ। ਤਾਂ ਇਸ ਫੈਸਲੇ ਦੇ ਵਿਰੋਧ 'ਚ ਕੁਛ ਜਿਹੜੇ ਲੋਕ ਪਹਿਲਾਂ ਤੋਂ ਹੀ ਐਂਟੀ ਵੈਕਸੀਨ ਦਾ ਵਿਰੋਧ ਕਰਦੇ ਆ, ਔਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕਿਹਾ ਜੀ ਮਾਸਕ ਨਹੀਂ ਪਾਉਣੇ ਔਰ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆਏ, ਉਹਨਾਂ ਨੇ ਇੱਕਦਮ ਰਿਐਕਟ ਕੀਤਾ ਔਰ ਉਹਨਾਂ ਨੇ ਇਹ ਕਿਹਾ ਜੀ ਇਹ ਜਿਹੜਾ ਵਾ ਇਹ ਗੌਰਮੈਂਟ ਨੂੰ ਇਹ ਜਿਹੜੀਆਂ ਮੈਡੀਕਲ ਮੈਂਡੇਟਸ, ਜਿਹੜਾ ਜਿਹਨੂੰ ਵੈਕਸੀਨ ਮੈਂਡੇਟ ਆਉਂਦੇ ਆ, ਵੀ ਇਹ ਲਾਉਣਾ ਗਲਤ ਵਾ। ਔਰ ਉਹਨਾਂ ਨੇ ਉਹਦੇ ਵਿਰੋਧ 'ਚ ਜਿਹੜੀ ਰੈਲੀ ਕੱਢਣ ਦਾ ਫੈਸਲਾ ਲਿਆ। ਔਰ ਇਹ ਜਿਹੜੀ ਰੈਲੀ ਪਹਿਲਾਂ ਤੇ ਵੈਕਸੀਨ ਮੈਂਡੇਟ ਸੀ, ਬਾਅਦ 'ਚ ਇਹਨਾਂ ਨੇ ਇਹਦਾ ਨਾਂ ਫਰੀडम ਕਨਵੋਏ ਰੱਖਿਆ। ਤੋ ਇਸ ਸਾਰਾ ਜਿਹੜਾ ਘਟਨਾਕ੍ਰਮ ਆ, ਇਹਨਾਂ ਨੇ ਜਿਹੜਾ ਕਿਹਾ ਕਿ ਅਸੀਂ ਵੈਨਕੂਵਰ ਤੇ ਹੋਰ ਦੂਸਰੀਆਂ ਥਾਵਾਂ ਤੋਂ ਆਟਵਾ 'ਚ ਜਾ ਕੇ ਪਾਰਲੀਮੈਂਟ ਅੱਗੇ ਜਿਹੜਾ ਇਹਨਾਂ ਨੇ ਸੈਟਰਡੇ ਡੈਮੋਨਸਟ੍ਰੇਸ਼ਨ ਕੀਤਾ, ਉਹਦੇ 'ਚੋਂ ਇੱਕ ਗੱਲ ਇਹ ਸਾਫ਼ ਨਿਕਲੀ ਆ ਕਿ ਜਿਹੜੇ ਬਹੁਤ ਐਕਸਟ੍ਰੀਮ ਰਾਈਟ ਵਿੰਗ ਜਿਹੜੇ ਗਰੁੱਪਸ ਵਾ, ਜਿਹੜਾ ਅਲਟਰਾ ਰਾਈਟ ਜਿਹਨੂੰ ਅਸੀਂ ਆਨੇ ਆ, ਜਾਂ ਵਾਈਟ ਸੁਪਰਮਿਸਟ ਗਰੁੱਪਸ ਆ, ਜਿਹੜੇ ਪਹਿਲਾਂ ਤੋਂ ਹੀ ਵਿਰੋਧ ਕਰ ਰਹੇ ਆ, ਔਰ ਜਿਹੜੇ ਬਹੁਤ ਐਂਟੀ ਇਮੀਗ੍ਰੈਂਟਸ ਤੇ ਐਂਟੀ ਸਮੈਟਿਕ ਆ, ਔਰ ਜਿਹੜੇ ਐਂਟੀ ਇਸਲਾਮਿਕ ਆ, ਬੜੇ ਹੇਟ ਜਿਹੜੇ ਗਰੁੱਪ ਕਰਦੇ, ਉਹਨਾਂ ਨੇ ਵੱਡੀ ਪੱਧਰ ਤੇ ਇਹਨੂੰ ਸਪੋਰਟ ਕੀਤਾ ਇਸ ਇਵੈਂਟ ਨੂੰ। ਔਰ ਇਹ ਉਹਨਾਂ ਦੇ ਜਿਹੜੇ ਝੰਡੇ ਹੀ, ਈਵਨ ਜਿਹੜਾ ਨਾਜ਼ੀ ਦਾ ਜਿਹੜਾ ਸਵਾਸਤਿਕਾ ਚਿੰਨ੍ਹ ਆ, ਉਹਦੇ ਝੰਡੇ ਵੀ ਪਾਏ ਗਏ। ਔਰ ਬੜੀ ਇਹਨਾਂ ਨੇ ਜਿਹੜੇ ਨਾਅਰੇ ਲੈ ਕੇ ਤੁਰੇ, ਉਹਦੇ 'ਚ ਵੀ ਬੜੇ ਅਲਟਰਾ ਰਾਈਟ ਵਿੰਗ ਬੜੇ ਇਸ ਤਰ੍ਹਾਂ ਦੇ ਜਿਹੜੇ ਨਾਅਰੇ ਉਹ ਲਾਏ ਗਏ। ਤੋ ਇਹ ਵੈਕਸੀਨ ਮੈਂਡੇਟ ਤੋਂ ਗਾਂਹ, ਜਿੱਦਾਂ ਇਹਨਾਂ ਨੇ ਕਿਹਾ ਕਿ ਸਾਨੂੰ ਫਰੀडम ਕਨਵੋਏ, ਸਾਨੂੰ ਆਜ਼ਾਦੀ ਚਾਹੀਦੀ, ਵੀ ਸਰਕਾਰ ਕਿਸੇ ਤਰ੍ਹਾਂ ਦੀ ਸਾਡੇ ਤੇ ਪਾਬੰਦੀ ਨਾ ਲਾਵੇ। ਔਰ ਇਹ ਇਕੱਠੇ ਹੋਏ ਆ, ਇਹਨਾਂ ਨੇ ਤੇ ਕਿਹਾ ਸੀ ਕਿ ਸੈਟਰਡੇ ਅਸੀਂ ਆਟਵਾ ਕਰਾਂਗੇ, ਪਰ ਹੁਣ ਇਹਨਾਂ ਨੇ ਕਿਹਾ ਜੀ ਅਸੀਂ ਮਹੀਨਿਆਂ ਤੱਕ ਵੀ ਇੱਥੇ ਰਹਿ ਸਕਦੇ ਆ। ਔਰ ਲਗਾਤਾਰ ਦਿਨ ਰਾਤ ਤੇ ਉੱਥੇ ਜਿਹੜੇ ਟਰੱਕਾਂ ਦੇ ਹਾਰਨ ਮਾਰ ਰਹੇ ਆ, ਔਰ ਲੋਕਲ ਲੋਕ ਕਾਫੀ ਪਰੇਸ਼ਾਨ ਆ, ਉਹ ਚਾਹੁੰਦੇ ਆ ਕਿ ਜਾਣ।
ਜਿਵੇਂ ਤੁਸੀਂ ਦੱਸਿਆ ਸੀ ਕਿ ਟਰੂਡੋ ਹੋਰੀ ਵੀ ਆਪਣੇ ਜਿਹੜਾ ਨਿਵਾਸ ਆ ਉੱਥੋਂ ਕਿਸੇ ਅਣਦੱਸੀ ਥਾਂ ਤੇ ਰਹਿ ਰਹੇ ਆ, ਤੇ ਉਹਨਾਂ ਨੂੰ ਲੱਗਦਾ ਸੀ ਕਿਉਂਕਿ ਵਾਇਲੈਂਟ ਗਰੁੱਪਸ ਵਾ, ਇਹਨਾਂ ਦੀ ਹਿਸਟਰੀ ਆ ਵਾਇਲੈਂਸ ਦੀ, ਤਾਂ ਉਹਨਾਂ ਨੂੰ ਲੱਗਦਾ ਸੀ ਕਿਉਂਕਿ ਪਾਰਲੀਮੈਂਟ 'ਚ ਜਿਹੜੇ ਸਿਕਿਉਰਿਟੀ ਦੇ ਪਰਸਨਲਸ ਆ ਉਹਨਾਂ ਨੇ ਦੂਸਰੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਸੇਫ ਜਿਹੜੀਆਂ ਥਾਵਾਂ ਵਾ ਵੀ ਉਹਦੇ ਤੇ ਚੱਲ ਜਾਓ, ਆਪਣੇ ਦਰਵਾਜ਼ੇ ਬੰਦ ਕਰਕੇ ਰੱਖੋ। ਤੇ ਇਹ ਜਿਹੜਾ ਫਰੀडम ਕਨਵੋਏ ਆ, ਇਹ ਬੇਸਿਕਲੀ ਵਾਈਟ ਸੁਪਰਮਿਸਟਸ ਜਿਹੜੇ ਆ ਉਹਨਾਂ ਦਾ ਇੱਕ ਪ੍ਰਦਰਸ਼ਨ ਆ। ਇਹਦੇ ਚੋਂ ਜਿਹੜੇ ਹੋਰ ਜਿਹੜੇ ਟਰੱਕਰਸ ਆ ਜਾਂ ਜਿਹੜੇ ਟਰੱਕ ਚਲਾ ਰਹੇ ਮਿਹਨਤਕਸ਼ ਲੋਕ ਆ, ਉਹਨਾਂ ਦੇ ਉਹ ਇਹਦੇ ਵਿੱਚੋਂ ਹੋਰ ਕਮਿਊਨਿਟੀ ਦੇ ਲੋਕ ਗੈਰ ਹਾਜ਼ਰ ਆ, ਔਰ ਬਹੁਤ ਸਾਰੇ ਉਹ ਵੀ ਗੈਰ ਹਾਜ਼ਰ ਆ ਜਿਹੜੇ ਸਮਝਦੇ ਕਿ ਟਰੱਕਰਸ ਦੇ ਹੋਰ ਬਹੁਤ ਇਸ਼ੂ ਆ, ਵੇਜਸ ਦੇ, ਓਵਰ ਟਾਈਮ ਦੇ, ਵੇਜ ਥੈਫਟ ਦੇ, ਔਰ ਸਾਡੇ ਕੋਵਿਡ ਨਾਲ ਰਿਲੇਟਡ ਹੋਰ ਜਿਹੜੇ ਇਸ਼ੂਜ਼ ਆ, ਮਿਸਿੰਗ ਆ। ਤੋ ਇਹ ਅਲਟੀਮੇਟਲੀ ਬੜੇ ਅਲਟਰਾ ਰਾਈਟ ਗਰੁੱਪਸ ਵਾ ਜਿਹੜੇ ਆਟਵਾ 'ਚ ਇਸ ਵੇਲੇ ਜਮਾ ਹੋਏ ਆ। ਅੱਛਾ, ਇਹਦੇ ਪਿੱਛੇ ਕਹਾਣੀ ਅਸਲ 'ਚ ਕੀ ਆ? ਤੁਸੀਂ ਕਿਹਾ ਕਿ ਉਹ ਐਂਟੀ ਇਮੀਗ੍ਰੈਂਟ ਵੀ ਨੇ, ਉਹ ਚਾਹੁੰਦੇ, ਜਿੱਦਾਂ ਇੱਕ ਤਹਿਰੀਕ ਚੱਲੀ ਸੀ ਯੂਰਪ ਦੇ ਵਿੱਚ ਵਾਈਟ ਹੈਡ, ਤੇ ਇਸ ਤਰ੍ਹਾਂ ਦੀ ਹੀ ਤਹਿਰੀਕ ਮੈਨੂੰ ਲੱਗਦਾ ਬਣਦੀ ਰਹਿ ਗਈ ਜਦੋਂ ਟਰੰਪ ਹੀ ਪਾਵਰ ਵਿੱਚ ਸੀਗੇ ਜਾਣ ਤੋਂ ਕੁਝ ਦਿਨ ਪਹਿਲਾਂ, ਔਰ ਉਹਨਾਂ ਨੇ ਬੜੀ ਅਜੀਬ ਤਰ੍ਹਾਂ ਦੇ ਨਾਅਰੇ ਦਿੱਤੇ, ਔਰ ਜਿਸ ਤਰੀਕੇ ਨਾਲ ਵਾਈਟ ਹਾਊਸ ਨੂੰ ਘੇਰਿਆ ਸੀ। ਕੀ ਉਹੀ ਲੌਬੀ ਇਹ ਸਾਰਾ ਕੰਮ ਕਰ ਰਹੀ ਲੱਗਦੀ ਤੁਹਾਨੂੰ ਨਜ਼ਰ ਆ ਰਹੀ ਆ? ਤੇ ਫਿਰ ਜੇਕਰ ਇਦਾਂ ਦਾ ਹਾਲਾਤ ਸੀਗੇ ਤੇ ਇਹਨਾਂ ਸਰਕਾਰਾਂ ਨੇ ਸ਼ੁਰੂਆਤੀ ਦੌਰ 'ਚ ਹੀ ਉਹਨਾਂ ਨਾਲ ਨੈਗੋਸ਼ੀਏਸ਼ਨ ਕਰਕੇ ਜਾਂ ਉਹਨਾਂ ਨਾਲ ਸਖਤੀ ਕਰਕੇ ਉਹਨਾਂ ਨੂੰ ਰੋਕ ਲੈਣਾ ਚਾਹੀਦਾ ਸੀ। ਹੁਣ ਕਿਹਾ ਜਾ ਰਿਹਾ ਕਿ 20,000 ਟਰੱਕ ਟ੍ਰੇਲਰ ਅਗਰ ਪਹੁੰਚ ਜਾਂਦੇ ਆ ਇੱਕ ਸ਼ਹਿਰ ਦੇ ਵਿੱਚ, ਦੇਸ਼ ਦੀ ਰਾਜਧਾਨੀ 'ਚ, ਤੇ 50,000 ਦੇ ਕਰੀਬ ਵਿਅਕਤੀ ਪਹੁੰਚ ਜਾਂਦੇ ਆ, ਤੇ ਇੱਕ ਕਿਸਮ ਦੀ ਬੜੀ ਵੱਡੀ ਐਜੀਟੇਸ਼ਨ ਬਣ ਜਾਂਦੀ ਹੈ ਜੀ। ਇਹਨੂੰ ਅਸੀਂ ਕੋਈ ਥੋੜੇ ਜਿਹੇ ਲੋਕਾਂ ਦਾ, ਜਾਂ ਜਿੱਦਾਂ ਕਹਿ ਦਿੱਤਾ ਜਾਂਦਾ ਹੈ ਕਿ ਕੁਝ ਇੱਕ ਅਲਟਰਾ ਰਾਈਟ, ਜਿੱਦਾਂ ਤੁਸੀਂ ਸ਼ਬਦ ਵਰਤਿਆ, ਜਾਂ ਉਹਨਾਂ ਨੂੰ ਕਹਿ ਦਿੰਦੇ ਆ ਐਕਸਟ੍ਰੀਮ ਰਾਈਟਿਜ਼ਮ ਵਾਲੇ ਲੋਕ ਜਿਹੜੇ ਆ ਬਹੁਤ ਥੋੜੇ ਗਿਣਤੀ 'ਚ ਹੁੰਦੇ ਆ। ਪਰ ਫਿਰ ਇੰਨਾ ਵੱਡਾ ਹਜੂਮ ਕਿਉਂ? ਉਹਦੇ ਪਿੱਛੇ ਕੀ ਉਹਨਾਂ ਦਾ ਜਿਹੜਾ ਜੌਬ ਰਿਲੇਟਡ ਕੋਈ ਪ੍ਰੋਬਲਮ ਨੇ ਉਹ ਵਾਕਿਆ ਹੀ ਹੈਗੀਆਂ ਨੇ, ਜਾਂ ਉਹਦੇ ਪਿੱਛੇ ਕਾਰਨ ਕੁਝ ਹੋਰ ਨੇ ਪਰ ਉਹਨੂੰ ਬਹਾਨਾ ਬਣਾਇਆ ਗਿਆ? ਜੀ ਇਹ ਗੱਲ ਸਾਫ਼ ਆ ਕਿ ਜਦੋਂ ਟਰੰਪ ਨੇ ਇਲੈਕਸ਼ਨ ਜਿੱਤੀ USA ਦੀ, ਔਰ ਜਿਹੜੇ ਵਾਈਟ ਸੁਪਰਮਿਸਟ ਗਰੁੱਪ ਸੀ ਉਹਨਾਂ ਨੂੰ ਬਹੁਤ ਹਵਾ ਦਿੱਤੀ ਹੋਏ, ਕਈ ਲੋਕ ਸਮਝਦੇ ਸੀ ਕਿ ਜਿਹੜੀ ਵਾਈਟ ਸੁਪਰਮੇਸੀ ਆ ਜਾਂ ਅਲਟਰਾ ਰਾਈਟ ਗਰੁੱਪਸ ਆ ਉਹ ਜੀ ਟਰੰਪ ਦੇ ਨਾਲ USA 'ਚ ਹੀ ਐਕਟਿਵ ਹੋਏ। ਗਲਤ ਫਹਿਮੀ ਸੀ, ਉਹ ਕੈਨੇਡਾ 'ਚ ਵੀ ਬੜੇ ਸਟਰੋਂਗ ਹੋਏ, ਕਿਉਂਕਿ ਵੇਖਿਆ ਜਾਵੇ ਜਿਹੜਾ ਸਾਡਾ ਕੈਪੀਟਲਿਸਟ ਸਿਸਟਮ ਆ, ਇਹ ਅਸੀਂ ਦੇਖੀਏ ਤੇ ਹਜੇ ਵੀ ਕ੍ਰਾਈਸਿਸ 'ਚ ਆ। ਤੁਸੀਂ ਲੋਕ ਦੇਖੋ, ਲੋਕਾਂ ਦੀਆਂ ਵੇਜਸ ਨਹੀਂ ਵਧੀਆਂ, ਲੋਕੀ ਮਹਿੰਗਾਈ ਦੀ ਮਾਰ ਚੱਲ ਰਹੇ ਆ, ਲੋਕਾਂ ਦੀ ਅਫੋਰਡੇਬਿਲਟੀ ਘਟੀ, ਲੋਕਾਂ ਸਿਰ ਡੈਟ ਵਧਿਆ। ਤੋ ਇਸ ਫਰਸਟ੍ਰੇਸ਼ਨ 'ਚੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਧਿਰਾਂ ਹੁੰਦੀਆਂ ਜਿਹੜੀਆਂ ਡਿਵੀਜ਼ਨ ਪੈਦਾ ਕਰਦੀਆਂ ਲੋਕਾਂ 'ਚ, ਉਹਨਾਂ ਨੂੰ ਵੰਡਦੀਆਂ, ਉਹਨਾਂ ਦਾ ਵੀ ਪਸਾਰ ਹੋਇਆ, ਤੇ ਟਰੰਪ ਐਰਾ ਦਾ ਇਹਦੇ ਵਿੱਚ ਬੜੀ ਵੱਡੀ ਕੰਟਰੀਬਿਊਸ਼ਨ ਆ। ਦੂਸਰਾ, ਇਹ ਗੱਲ ਤੁਹਾਡੀ ਸਹੀ ਆ ਕਿ ਜਿਹੜਾ ਕੋਵਿਡ ਦਾ ਸਮਾਂ ਵਾ ਉਹਦੇ 'ਚ ਜਿਹੜੀ ਮਾਰ ਪਈ ਆ ਉਹ ਮਿਹਨਤਕਸ਼ ਲੋਕਾਂ ਨੂੰ ਪਈ ਆ। ਜੇ ਸਰਕਾਰਾਂ ਨੇ ਪੈਸੇ ਵੀ ਦਿੱਤੇ ਤੇ ਉਹ ਮੁੜ ਘੁੜ ਕੇ ਵੱਡੀਆਂ ਕਾਰਪੋਰੇਸ਼ਨਾਂ ਦੀ ਝੋਲੀ 'ਚ ਗਏ। ਕੈਨੇਡਾ 'ਚ ਬਲੀਵ ਕੀਤਾ ਜਾਂਦਾ ਕਿ $250 ਬਿਲੀਅਨ ਦੇ ਉੱਤੇ ਬੇਲ ਆਊਟਸ ਦਿੱਤੇ ਗਵਰਨਮੈਂਟਸ ਨੇ, ਉਹਦੇ 'ਚੋਂ ਵੱਡਾ ਹਿੱਸਾ ਵੱਡੀਆਂ ਕਾਰਪੋਰੇਸ਼ਨਸ ਨੂੰ ਗਿਆ। ਤੋ ਲੋਕਾਂ ਨੇ ਕੋਵਿਡ ਦੇ ਸਮੇਂ 'ਚ ਬੜਾ ਕਸ਼ਟ ਸਿਆ, ਫਰਸਟ੍ਰੇਸ਼ਨ ਵੀ ਆ, ਵੇਜਿਸ ਨਹੀਂ ਵਧੀਆਂ, ਕੋਵਿਡ ਦੀ ਮਾਰ ਚੱਲੀ। ਤੋ ਲੋਕਾਂ 'ਚ ਕੋਵਿਡ ਪ੍ਰਤੀ ਤੇ ਫਰਸਟ੍ਰੇਸ਼ਨ ਹੈ। ਪਰ ਦੂਸਰਾ ਇਹ ਆ ਕਿ ਕੁਛ ਉਹ ਲੋਕ ਜਿਹੜੇ ਸਰਕਾਰ ਇਹ ਜਿਹੜੀ ਵੈਕਸੀਨ ਆ ਸਿਸਟਮ, ਕਿਉਂਕਿ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਵੈਕਸੀਨ ਸਮੁੱਚੀਆਂ ਕਾਰਪੋਰੇਟ ਕੰਪਨੀਆਂ ਦੇ ਹੱਥਾਂ 'ਚ ਆ। ਤੋ ਜਿਹੜੇ ਬਹੁਤ ਸਾਰੇ ਸਧਾਰਨ ਲੋਕ ਵੀ ਆ ਉਹ ਵੀ ਬੜੇ ਕਨਫਿਊਜ਼ਡ ਆ, ਤੇ ਉਹਨਾਂ ਨੂੰ ਗਵਰਨਮੈਂਟ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਵੈਕਸੀਨਸ ਜਿਹੜੀਆਂ ਇਹ ਲਾਈਵਸ ਬਚਾਉਂਦੀਆਂ ਔਰ ਬਚਾਈਆਂ। ਅਸੀਂ ਦੇਖਿਆ ਕਿ ਵੈਕਸੀਨ ਆਉਣ ਤੋਂ ਬਾਅਦ ਜਿਹੜੀਆਂ ਜਿਹੜੇ ਲੋਕ ਸੀ, ਬਜ਼ੁਰਗ ਜਾਂ ਹੋਰ ਲੋਕ, ਉਹਨਾਂ 'ਚ ਮੌਤਾਂ ਦੀ ਦਰ ਘਟੀ। ਇਹਦੇ 'ਚ ਇਹ ਵੈਸੇ ਚਿੰਤਾ ਦੀ ਗੱਲ ਆ ਕਿ ਜੇ ਵਾਈਟ ਸੁਪਰਮਿਸਟਸ ਅਲਟਰਾ ਰਾਈਟ ਨੂੰ ਕਾਊਂਟਰ ਨਾ ਕੀਤਾ ਗਿਆ ਲੋਕਾਂ ਵੱਲੋਂ, ਵਰਕਿੰਗ ਕਲਾਸ ਦੀ ਯੂਨਿਟੀ, ਜਾਂ ਲੋਕ ਇਹਦੇ ਪ੍ਰਤੀ ਮੋਬਿਲਾਈਜ਼ ਨਹੀਂ ਹੁੰਦੇ, ਔਰ ਇਸ ਤਰ੍ਹਾਂ ਖੁੱਲੀ ਜਿਹੜੀ ਇਸ ਤਰ੍ਹਾਂ ਦੀ ਇਹ ਮੋਬਿਲਾਈਜੇਸ਼ਨ ਕਰਦੇ ਆ ਔਰ ਸਧਾਰਨ ਲੋਕਾਂ ਤੱਕ ਪਹੁੰਚਦੇ ਆ, ਭਾਵੇਂ ਕਿ ਇਹਦੇ 'ਚੋਂ ਸਧਾਰਨ ਲੋਕਾਂ ਦੇ ਸਾਰੇ ਮਸਲੇ ਗੈਰ ਹਾਜ਼ਰ ਆ, ਪਰ ਜੇ ਇਹਨੂੰ ਚੈਲੰਜ ਨਹੀਂ ਕੀਤਾ ਜਾਂਦਾ, ਸਰਕਾਰ ਅਲਟਰਾ ਰਾਈਟ ਗਰੁੱਪਾਂ ਨੂੰ ਇਲੀਗਲ ਨਹੀਂ ਕਰਦੀ, ਇਹਨਾਂ ਤੇ ਪਾਬੰਦੀਆਂ ਨਹੀਂ ਲਾਉਂਦੀ, ਇਹਨਾਂ ਨੂੰ ਖੁੱਲੀ ਛੁੱਟੀ ਦਿੰਦੀ ਆ ਨਫ਼ਰਤ ਦੀ, ਤਾਂ ਅਸੀਂ ਆਉਣ ਵਾਲੇ ਸਮੇਂ 'ਚ ਵੇਖਾਂਗੇ ਕਿ ਇਹ ਜਿਹੜੇ ਹੋਰ ਵੀ ਸੈਕਸ਼ਨਸ ਵਾ ਵਰਕਿੰਗ ਕਲਾਸ ਦੇ, ਉਹਨਾਂ ਨੂੰ ਆਪਣੇ ਪ੍ਰਤੀ ਹੇਟ ਤੇ ਡਿਵੀਜ਼ਨ ਤੇ
ਤੇ ਇਮੀਗ੍ਰੈਂਟਸ ਦੇ ਵਿਰੋਧ 'ਚ ਇਕੱਠਿਆਂ ਕਰ ਸਕਦੇ ਆ। ਔਰ ਇਹ ਜਿਹੜੀ ਤੁਸੀਂ ਗਿਣਤੀ ਦੱਸੀ ਆ ਇਹ ਚਿੰਤਾਜਨਕ ਵਾ। ਔਰ ਇਹ ਜਿਵੇਂ ਉੱਥੇ ਬੈਠੇ ਆ ਔਰ ਜੋ ਇਹਨਾਂ ਨੇ ਵਿਵਹਾਰ ਕੀਤਾ, ਇਹ ਚੀਫ ਐਗਜ਼ੈਕਟਿਵ ਆਫਿਸ ਗੁੱਡ ਹੋਪ ਇੱਕ ਸ਼ੈਲਟਰ ਆ ਉੱਥੇ, ਉਹਨਾਂ ਕਿਹਾ ਇਹਨਾਂ ਨੇ ਆ ਕੇ ਬੜੀ ਸਾਡੇ ਹੁੱਲੜਬਾਜ਼ੀ ਕੀਤੀ, ਸਟਾਫ ਨੂੰ ਧੱਕੇ ਮਾਰੇ, ਬੜੀ ਰੇਸਿਸਟ ਸਲਰ ਯੂਜ਼ ਕੀਤੀ। ਔਰ ਹੋਰ ਵੀ ਇਹਨਾਂ ਨੇ ਟੈਰੀ ਫੌਕਸ ਦੀ ਜਿੱਦਾਂ ਜਾਂ ਹੋਰ ਜਿਹੜੇ ਉੱਥੇ ਫੌਜੀ ਸੀ ਉਹਨਾਂ ਦੇ ਬੁੱਤਾਂ ਨਾਲ, ਜਾਂ ਜਿਹੜੇ ਉੱਥੇ ਲੋਕਲ ਲੋਕ ਆ ਉਹ ਡਰਦੇ ਆ। ਬਹੁਤ ਸਾਰੇ ਵਰਕਰਸ ਕੰਮਾਂ ਤੇ ਨਹੀਂ ਗਏ ਕਿ ਇਹ ਸਾਨੂੰ ਜਿਹੜੇ ਨਾਨ ਵਾਈਟ ਵਰਕਰਸ ਆ ਉਹ ਡਰਦੇ ਆ। ਬਹੁਤ ਸਾਰੇ ਹੋਰ ਲੋਕ ਵੀ ਡਰਦੇ ਆ ਵੀ ਇਹ ਸਾਡੇ ਗੱਲ ਪੈਣਗੇ। ਤੋ ਇਹ ਚਿੰਤਾ ਦੀ ਗੱਲ ਵਾ। ਔਰ ਸਰਕਾਰ, ਜਿਵੇਂ ਤੁਸੀਂ ਆਨੇ, ਸਰਕਾਰ ਨੇ ਇਹਨਾਂ ਨੂੰ ਸ਼ੁਰੂ ਤੋਂ ਹੀ ਨਹੀਂ ਸੀਰੀਅਸਲੀ ਲਿਆ। ਇਸ ਸਮੇਂ 'ਚ ਨਹੀਂ, ਪਹਿਲਾਂ ਤੋਂ ਵੀ ਬਹੁਤ ਸਾਰੇ ਹੇਟ ਗਰੁੱਪਸ ਜਿਸ ਤਰ੍ਹਾਂ ਅਲਟਰਾ ਰਾਈਟ, ਨਾਜ਼ੀਜ਼, ਸਵਾਸਤਿਕਾ ਚਿੰਨ੍ਹ ਲੈਂਦੇ, ਐਂਟੀ ਮੁਸਲਿਮ ਲਗਾਤਾਰ ਪ੍ਰਚਾਰ ਕਰਦੇ, ਇਮੀਗ੍ਰੈਂਟਸ ਤੋਂ ਇਹਨਾਂ ਨੂੰ ਕਰਬ ਕਰਨ ਦੀ ਔਰ ਇਹਨਾਂ ਨੂੰ ਇਲੀਗਲਾਈਜ਼ ਕਰਨ ਦੀ ਲੋੜ ਹੈ। ਇਹ ਖਤਰਾ ਹੋ ਸਕਦੇ ਕੈਨੇਡਾ। ਸਰਕਾਰ ਨੇ ਨਹੀਂ ਕੀਤਾ ਔਰ ਇਸ ਵੇਲੇ ਸਿਰਦਰਦੀ ਬਣੇ ਬੈਠੇ ਆ ਜੀ ਸਰਕਾਰ ਲਈ। ਪਰ ਇਹਨਾਂ ਨੂੰ ਹਰਾਇਆ ਜਾ ਸਕਦਾ ਜੇ ਅਲਟਰਨੇਟਿਵ ਪ੍ਰੋਗਰਾਮ ਦੇ ਕੇ, ਬੈਟਰ ਵੇਜਸ ਦਾ, ਸਾਡੇ এনवायरमेंट ਸਸਟੇਨੇਬਿਲਿਟੀ ਦਾ, ਅਫੋਰਡੇਬਿਲਿਟੀ ਦਾ, ਚੰਗੀ ਜੀਵਨ ਸ਼ੈਲੀ ਦਾ, ਕੋਵਿਡ ਨੂੰ ਹਰਾਉਣ ਦਾ, ਲੋਕਾਂ ਨੂੰ ਰੈਸਕਿਊ ਕਰਨ ਦਾ ਜਿਹੜਾ ਪ੍ਰੋਗਰਾਮ ਦੇ ਕੇ ਅਲਟਰਾ ਰਾਈਟ ਗਰੁੱਪਸ ਨੂੰ ਵਰਕਿੰਗ ਕਲਾਸ ਦੀ ਧਰਮ ਤੋਂ ਉੱਤੇ, ਜਾਤਾਂ ਤੋਂ, ਰੰਗ, ਨਸਲ ਤੋਂ ਉੱਪਰ ਉੱਠ ਕੇ ਜੇ ਯੂਨਿਟੀ ਬਣਾਉਣੇ ਤੇ ਇਹਨਾਂ ਨੂੰ ਹਰਾਇਆ ਜਾ ਸਕਦਾ। ਔਰ ਬਹੁਤ ਜ਼ਰੂਰਤ ਆ ਸਮੇਂ ਦੀ ਇਹਨਾਂ ਨੂੰ ਹਰਾਉਣਾ। ਹਾਂਜੀ ਹੁੰਦਲ ਸਾਹਿਬ, ਵੈਸੇ ਗੱਲ ਤੇ ਤੁਹਾਡੀ ਠੀਕ ਹੈ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਕਹਿੰਦੇ ਆ ਕੈਨੇਡਾ ਜਿਹੜਾ ਆ ਉਹ ਇਮੀਗ੍ਰੈਂਟ ਦਾ ਹੈਵਨ ਆ, ਸਵਰਗ ਆ। ਇੱਥੇ ਕੋਈ ਵੀ ਇਦਾਂ ਦੀ ਜਿਹੜੀ ਆ ਉਹ ਡਿਸਕ੍ਰਿਮੀਨੇਸ਼ਨ ਨਹੀਂ ਆ। ਇਹਦਾ ਮਤਲਬ ਇਹ ਹੋਇਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੀਆਂ ਭਾਵਨਾਵਾਂ ਦੱਬੀਆਂ ਤਾਂ ਹੋਈਆਂ ਨੇ, ਕਿਸੇ ਨਾ ਕਿਸੇ ਸਪਰੈਸ ਹੋਈਆਂ ਪਈਆਂ ਨੇ। ਪਰ ਕਦੀ ਮੌਕਾ ਆ ਗਿਆ ਕਿਤੇ ਦੁਨੀਆ ਦੇ ਕਿਸੇ ਹੋਰ ਕੋਨੇ 'ਚ ਵੀ ਹਿਲਜੁਲ ਹੋ ਗਈ ਤੇ ਜਿਹੜੇ ਵੀ ਇਮੀਗ੍ਰੈਂਟ ਲੋਕ ਨੇ ਅਸੀਂ ਸਾਰੇ, ਉਹ ਕਿਤੇ ਨਾ ਕਿਤੇ ਜਿਹੜੇ ਆ ਉਹ ਇਹਨਾਂ ਦਾ ਟਾਰਗੇਟ ਬਣ ਸਕਦੇ ਆ। ਇਸ ਤਰ੍ਹਾਂ ਦਾ ਖਤਰਾ ਬਣ ਸਕਦਾ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ। ਬਿਲਕੁਲ ਹਰਜੀਤ ਜੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਅਸੀਂ ਜਿਵੇਂ ਪੀਪਲਜ਼ ਪਾਰਟੀ ਕੈਨੇਡਾ ਦੇ ਬਹੁਤ ਸਾਰੇ ਕੈਂਡੀਡੇਟਸ ਵੀ ਦੇਖੇ ਸੀ, ਜਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਗਰੁੱਪਸ ਵਾ ਉਹ ਲਗਾਤਾਰ, ਜਿਵੇਂ ਆਪਾਂ ਟਰੰਪ ਹੋਰਾਂ ਨਾਲ ਜੋੜਿਆ, ਪਹਿਲਾਂ ਤੋਂ ਵੀ ਅਸੀਂ ਇੱਦਾਂ ਦੇ ਬਹੁਤ ਗਰੁੱਪਸ ਵਾ ਇੱਥੇ ਅਲਟਰਾ ਰਾਈਟ, ਜਿਨ੍ਹਾਂ 'ਚ ਪ੍ਰਾਊਡ ਬॉयਜ਼ ਆ, ਜਾਂ ਇੱਕ ਹੋਰ ਗਰੁੱਪ ਆ ਜੀ, ਉਹਦਾ ਮੈਨੂੰ ਨਾਂ ਨਿਕਲ ਗਿਆ, ਉਹ ਜਿਹੜੇ ਚਿੱਟੀ ਜੀ ਕੈਪ ਪਾਉਂਦੇ, ਉਹ ਬੜੇ ਐਕਟਿਵ ਆ ਕੈਨੇਡਾ 'ਚ। ਤੋਂ ਇਹ ਖਤਰਾ ਤੇ ਪਹਿਲਾਂ ਤੋਂ ਹੀ ਰਿਹਾ। ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਲੱਗਦਾ ਕਿ ਜਿਹੜਾ ਰੇਸਿਜ਼ਮ ਆ ਜਾਂ ਹੇਟ ਗਰੁੱਪਸ ਆ ਜਾਂ ਅਲਟਰਾ ਰਾਈਟ ਗਰੁੱਪਸ USA 'ਚ ਜ਼ਿਆਦਾ, ਪਰ ਕੈਨੇਡਾ 'ਚ ਵੀ ਵਿਜ਼ੀਬਲ ਬਹੁਤ ਆ ਔਰ ਇਹ ਪਿਛਲੇ ਸਮੇਂ 'ਚ ਗਰੋ ਹੋਏ। ਅਸਲ 'ਚ ਹਰਜੀਤ ਜੀ, ਜਦੋਂ ਵੀ ਕੈਪੀਟਲਿਸਟ ਸਿਸਟਮ ਜਾਂ ਇਹ ਕ੍ਰਾਈਸਿਸ 'ਚ ਜਾਂਦਾ ਵਾ, ਇਕਨੋਮਿਕ ਕ੍ਰਾਈਸਿਸ 'ਚ ਜਾਂਦਾ ਵਾ, ਔਰ ਉਸ ਸਮੇਂ 'ਚ ਜਿਹੜੇ ਬਹੁਤ ਰਿਐਕਸ਼ਨਰੀ ਸੈਕਸ਼ਨਸ ਆਫ ਸੁਸਾਇਟੀ ਆ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਸਪੋਰਟ ਮਿਲਦੀ। ਔਰ ਅਸੀਂ ਇਸ ਵੇਲੇ ਵੀ ਵੇਖਿਆ ਕਿ ਜਿਵੇਂ ਕੰਜ਼ਰਵੇਟਿਵ ਪਾਰਟੀ ਦੇ ਪਿਛਲੇ ਜਿਹੜੇ ਸੀਗੇ ਮੁਖੀ, ਔਰ ਜਾਂ ਜਿਹੜੇ ਹੁਣ ਆਪਣੇ ਐਰਨ ਟੂਲੇ, ਉਹਨਾਂ ਨੇ ਕਿਹਾ ਜੀ ਉਹ ਸਪੋਰਟ ਕਰਦੇ ਆ, ਉਹ ਇਹਨਾਂ ਨੂੰ ਜੁਆਇਨ ਕਰਨਗੇ। ਔਰ ਟਰੂਡੋ ਸਾਹਿਬ ਨੇ ਇਸ ਗੱਲ ਤੇ ਕੰਜ਼ਰਵੇਟਿਵ ਪਾਰਟੀ ਨੂੰ ਝਾੜ ਵੀ ਪਾਈ ਆ ਕਿ ਇਹ ਉਹਨਾਂ ਨੂੰ ਸਪੋਰਟ ਕਰ ਰਹੇ। ਤੋ ਇਹ ਬਿਲਕੁਲ ਲੋਕਾਂ ਦੇ ਮਸਲਿਆਂ ਤੋਂ ਧਿਆਨ ਹਟਾਉਣ ਵਾਲੀ ਗੱਲ ਆ। ਜਿਹੜੇ ਆਪਾਂ ਮਸਲਿਆਂ ਦੀ ਗੱਲ ਕੀਤੀ ਆ, ਲੋਕਾਂ ਦੇ ਮਸਲੇ ਆ, ਇਹ ਬੱਚਿਆਂ ਦੇ ਰੁਜ਼ਗਾਰ ਦਾ ਮਸਲਾ ਵਾ, ਫ੍ਰੀ ਪੋਸਟ ਸੈਕੰਡਰੀ ਐਜੂਕੇਸ਼ਨ ਦਾ, ਹੈਲਥ ਸਿਸਟਮ ਸਾਡਾ ਬੜੇ ਸਵੀਅਰ ਕੱਟਸ 'ਚ ਵਾ, ਉਹਦਾ ਇਸ਼ੂ ਉਠਾਉਣ ਦੀ ਲੋੜ ਆ। ਕੋਵਿਡ 'ਚ ਅਸੀਂ ਦੇਖਿਆ ਕਿ ਸਰਕਾਰ ਦੇ ਜਿਹੜਾ ਹੈਲਥ ਸਿਸਟਮ ਉਹ ਕਿੰਨਾ ਐਕਸਪੋਜ਼ ਹੋਇਆ। ਤੋ ਇਹ ਸਾਡਾ ਧਿਆਨ ਹਟਾਉਣ ਵਾਲੇ ਤੇ ਡਿਵੀਜ਼ਨ ਪੈਦਾ ਕਰਨ ਵਾਲੇ ਗਰੁੱਪ ਵਾ। ਇਹਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ। ਔਰ ਸਰਕਾਰ ਨੂੰ ਵੀ ਜਿਹੜਾ ਕੈਨੇਡਾ ਇੱਕ ਜਿਹਦੇ 'ਚ ਵੱਡੀ ਗਿਣਤੀ 'ਚ ਇਮੀਗ੍ਰੈਂਟ ਰਹਿੰਦੇ ਆ, ਔਰ ਇਹ ਕਿਸੇ ਵੇਲੇ ਵੀ ਬਹੁਤ ਸਾਰਾ ਨਫ਼ਰਤ ਦਾ ਮਾਹੌਲ ਪੈਦਾ ਕਰ ਸਕਦੇ। ਔਰ ਜੇ ਹਿਸਟਰੀ ਦੇਖੀਏ ਕੈਨੇਡਾ ਦੀ, ਤਾਂ ਪਿਛਲੇ ਸਮਿਆਂ 'ਚ ਇਹ ਗਰੁੱਪ ਇਸ ਤਰ੍ਹਾਂ ਦੇ ਵਾਇਲੈਂਟ ਕੰਮ ਕਰਦੇ ਰਹੇ। ਤੋਂ ਇਹ ਚਿੰਤਾ ਦੀ ਗੱਲ ਆ ਔਰ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ। ਅੱਛਾ ਹੁੰਦਲ ਸਾਹਿਬ, ਵੈਸੇ ਜਿਹੜੀ ਲਿਬਰਲ ਸਰਕਾਰ ਆ ਜਾਂ NDP ਦੀ ਗੱਲ ਕਰੀਏ ਆਪਾਂ, ਉਹਦੇ ਵਿੱਚ ਵੀ ਤਾਂ ਕਾਫੀ ਲੋਕ ਜਿਹੜੇ ਬੈਠੇ ਆ, ਕਿਹਾ ਤੇ ਲਿਬਰਲ ਨੂੰ ਇਹ ਜਾਂਦਾ ਹੈ ਕਿ ਇਹ ਪ੍ਰੋ ਇਮੀਗ੍ਰੈਂਟ ਨੇ। ਟਰੂਡੋ ਸਾਹਿਬ ਦੇ ਫਾਦਰ ਤੋਂ ਲੈ ਕੇ ਹੁਣ ਤੱਕ ਮੌਜੂਦਾ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ, ਜਦੋਂ ਵੀ ਇਹ ਲਿਬਰਲ ਆਉਂਦੇ ਨੇ ਤੇ ਸਾਡੇ ਇਮੀਗ੍ਰੈਂਟ ਗਰੁੱਪ ਜਿੰਨੇ ਵੀ ਨੇ, ਇਮੀਗ੍ਰੈਂਟ ਜਿੰਨੇ ਵੀ ਲੋਕ ਨੇ, ਉਹ ਇਹਨਾਂ ਨੂੰ ਵੈਲਕਮ ਕਰਦੇ ਨੇ। ਤੇ ਦੂਜੇ ਪਾਸੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ
ਨੂੰ ਹਵਾ ਦੇਣ ਵਾਸਤੇ ਜਿਹੜੀਆਂ ਰਾਈਟ ਵਿੰਗ ਦੀਆਂ ਪਾਰਟੀਆਂ ਨੇ, ਜਿੱਦਾਂ ਤੁਸੀਂ ਪੀਪਲ ਪਾਰਟੀ ਕਿਹਾ, ਪਰ ਮੈਂ ਤੇ ਮੇਰੇ ਨੋਟਿਸ 'ਚ ਇਹ ਆ ਕਿ ਪੀਪਲ ਪਾਰਟੀ ਨੇ ਕਾਫੀ ਮੁਸਲਿਮ ਲੋਕਾਂ ਨੂੰ ਵੀ ਐਰਕੀ ਟਿਕਟਾਂ ਦਿੱਤੀਆਂ ਸੀ, ਭਾਵੇਂ ਕੋਈ ਜਿੱਤਿਆ ਭਾਵੇਂ ਨਹੀਂ ਹਾਰਿਆ। ਈਵਨ ਦੋ ਸਾਡੇ ਇੱਥੇ ਮਿਸੀਸਾਗਾ ਤੋਂ ਇੱਕ ਮੁਸਲਿਮ ਮੈਂ ਜਾਣਦਾ, ਉਹਨਾਂ ਨੂੰ ਟਿਕਟ ਦਿੱਤੀ ਸੀ ਉਹਨਾਂ। ਜੇ ਉਹ ਇੰਨੇ ਜ਼ਿਆਦਾ ਐਂਟੀ ਇਮੀਗ੍ਰੈਂਟ ਔਰ ਐਂਟੀ ਮੁਸਲਿਮ ਨੇ, ਤੇ ਫਿਰ ਇਸ ਤਰ੍ਹਾਂ ਦੀ ਟਿਕਟਾਂ ਦੇਣ ਦਾ ਪਿੱਛੇ ਕੀ ਵਜ੍ਹਾ ਹੋ ਸਕਦੀ ਆ? ਹਰਜੀਤ ਜੀ, ਅਸਲ 'ਚ ਪਾਰਟੀਆਂ ਦੀ ਜਿਹੜੀ ਪੋਲੀਟੀਕਲ ਨੀਤੀ ਹੁੰਦੀ ਆ, ਉਹਨਾਂ ਦੀ ਜਿਹੜੀ ਆਰਥਿਕ ਰਾਜਸੀ ਨੀਤੀਆਂ ਹੁੰਦੀਆਂ, ਉਹ ਧਿਆਨਾਵਾਚ ਕਰਨ ਦੀ ਮੈਨੂੰ ਲੱਗਦਾ ਲੋੜ ਹੁੰਦੀ। ਜੇ ਕੋਈ ਪਾਰਟੀਆਂ ਕੁਛ ਕੈਂਡੀਡੇਟ ਇੱਦਾਂ ਖੜੇ ਕਰ ਵੀ ਦਿੰਦੀਆਂ ਔਰ ਉਹ ਕੈਂਡੀਡੇਟ ਸਾਨੂੰ ਪਤਾ ਨਹੀਂ ਕਿ ਉਹ ਜਿਹੜੀਆਂ ਪਾਰਟੀਆਂ ਦੀਆਂ ਉਹ ਨੀਤੀਆਂ ਖਿਲਾਫ ਕਿੱਦਾਂ ਉਹਨਾਂ ਨੂੰ ਲੋਕਾਂ 'ਚ ਰਿਪਰੈਜ਼ੈਂਟ ਕਰਦੇ। ਅਸੀਂ ਦੇਖਿਆ ਕਿ ਇੰਡੀਆ 'ਚ ਵੀ ਬੀਜੇਪੀ ਸਰਕਾਰ ਇਹ ਮੰਨਿਆ ਜਾਂਦਾ ਕਿ ਜਿਵੇਂ ਉਹ ਮੁਸਲਿਮਸ ਜਾਂ ਘੱਟ ਗਿਣਤੀਆਂ ਪ੍ਰਤੀ ਕਰਦੇ ਆ, ਔਰ ਮੁਸਲਿਮਸ ਨੂੰ ਵੋਟਾਂ ਕਈ ਵਾਰੀ ਉਹ ਵੀ ਕਈ ਥਾਵਾਂ ਤੋਂ ਕੈਂਡੀਡੇਟ ਖੜੇ ਕਰ ਦਿੰਦੀਆਂ। ਪਰ ਮੈਨੂੰ ਲੱਗਦਾ ਕਿ ਓਵਰਆਲ ਜਿਹੜੀ ਅਪਰੋਚ ਆ ਕਿਸੇ ਵੀ ਪੋਲੀਟੀਕਲ ਪਾਰਟੀ ਦੀ, ਉਹਦੀਆਂ ਨੀਤੀਆਂ ਤੋਂ ਵੇਖੀ ਜਾਣੀ ਚਾਹੀਦੀ ਆ। ਔਰ ਅਸੀਂ ਵੇਖਿਆ ਕਿ ਇਹ ਪਾਰਟੀਆਂ ਨੇ ਜਿਹੜੀਆਂ ਅਸੀਂ ਕਹਿੰਦੇ ਆ, ਇਹਨਾਂ ਨੇ ਉਹਨਾਂ ਗਰੁੱਪਸ ਦੇ ਨਾਲ ਕੋਲੈਬੋਰੇਟ ਕੀਤਾ, ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਅਲਟਰਾ ਰਾਈਟ ਵਾਈਟ ਸੁਪਰਮਿਸਟ ਗਰੁੱਪਾਂ ਦੇ ਨਾਲ, ਔਰ ਉਹਨੂੰ ਕੰਡੈਮ ਵੀ ਨਹੀਂ ਕੀਤਾ। ਉਹਨਾਂ ਦੇ ਰੇਡੀਓ ਸਟੇਸ਼ਨਾਂ ਤੇ ਵੀ ਜਾ ਕੇ ਬੋਲੇ ਬਹੁਤ ਸਾਰੇ ਕੰਸਰਵੇਟਿਵ ਪਾਰਟੀ ਦੇ ਜਾਂ ਪੀਪਲ ਪਾਰਟੀ ਦੇ ਲੋਕ। ਤੋ ਇਹ ਜਿਹੜਾ ਇਹ ਵੇਖਣ 'ਚ ਆਇਆ ਕਿ ਇਹਨਾਂ ਨੇ ਉਹਨਾਂ ਨੂੰ ਕੰਡੈਮ ਨਹੀਂ ਕੀਤਾ, ਔਰ ਸਗੋਂ ਉਹਨਾਂ ਦੇ ਬਹੁਤ ਸਾਰੇ ਇਵੈਂਟ ਵੀ ਇਹਨਾਂ ਨੇ ਜਿਹੜੇ ਅਟੈਂਡ ਕੀਤੇ, ਔਰ ਇਸ ਸਮੇਂ ਵੀ ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ। ਹੁਣ ਡੱਗ ਫੋਰਡ ਨੇ ਜਾਂ ਜੇਸਨ ਕੈਨੀ ਨੇ ਸਟੇਟਮੈਂਟਾਂ ਦਿੱਤੀਆਂ ਕਿਉਂਕਿ ਅਲਬਰਟਾ ਦਾ ਬਾਰਡਰ USA ਦੇ ਨਾਲ ਬਲੌਕ ਹੋਇਆ ਵਾ, ਔਰ ਜਿਹੜੀ ਕਿ ਕੈਪੀਟਲ ਕਲਾਸ ਆ ਉੱਥੇ ਦੀ ਜਾਂ ਇੰਡਸਟਰੀਅਲ ਕਲਾਸ ਆ, ਕਿਉਂਕਿ ਉਹ ਸਾਰਾ ਬਾਰਡਰ ਬਲੌਕ ਹੋਇਆ, ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਇੰਡਸਟਰੀਅਲ ਮਿਨਿਸਟਰ ਆ ਅਲਬਰਟਾ ਦਾ ਤੇ ਜੇਸਨ ਕੈਨੀ, ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਜੀ ਹੁਣ ਆ ਕੇ ਕਿ ਇਹ ਬਾਰਡਰ ਖਾਲੀ ਕਰਨ। ਡੱਗ ਫੋਰਡ ਨੇ ਵੀ ਕਾਫੀ ਦਿਨ ਚੁੱਪ ਵੱਟਣ ਤੋਂ ਬਾਅਦ ਇਹ ਖੰਡਨ ਕੀਤਾ ਕਿ ਇੱਦਾਂ ਜਿਹੜੀਆਂ ਚੀਜ਼ਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ, ਔਰ ਆਸ ਆ ਕਿ ਇਹ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਇੱਦਾਂ ਜਿਹੜਾ ਪਬਲਿਕ ਦਬਾਅ ਆ ਉਹਦੇ ਥੱਲੇ ਬੋਲਣਗੇ। ਤੋ ਬਾਕੀ ਇਹੋ ਹੀ ਆ ਕਿ ਅਸੀਂ ਜੋ ਦੇਖਦੇ ਹਾਂ ਸਾਨੂੰ ਉੱਥੋਂ ਇਹੋ ਹੀ ਪਤਾ ਲੱਗਦਾ ਕਿ ਜਿਹੜੇ ਅਲਟਰਾ ਰਾਈਟ ਗਰੁੱਪਸ ਵਾ, ਇਹਨਾਂ ਦੀ ਖੁੱਲ੍ਹ ਕੇ ਮੁਖਾਲਫਤ ਕੌਣ ਕਰਦਾ, ਔਰ ਇਹਨਾਂ ਨਾਲ ਸਟੇਜਾਂ, ਇਹਨਾਂ ਨਾਲ ਵੱਖ-ਵੱਖ ਈਵੈਂਟਸ ਤੇ ਕੌਣ ਖੜਾ ਹੁੰਦਾ, ਔਰ ਕੌਣ ਆ ਜਿਹੜਾ ਉਸ ਲਾਈਨ ਬੋਲਦਾ। ਭਾਵੇਂ ਕਈ ਵਾਰੀ ਬਹੁਤ ਸਾਰੇ ਈਵੈਂਟਸ ਤੇ ਗੱਲ ਉਲਟ ਜਾਂਦੇ, ਪਰ ਵੇਖਣ 'ਚ ਇਹੋ ਹੀ ਆਇਆ ਵਾ ਕਿ ਜਿਹੜੀਆਂ ਇਹ ਜਿਹੜੇ ਬਹੁਤ ਸਾਰੇ ਗਰੁੱਪ ਆ, ਇਹਨਾਂ ਨੂੰ ਇਸ ਤਰ੍ਹਾਂ ਦੀ ਸਪੋਰਟ ਮਿਲ ਰਹੀ ਆ, ਜਿਹੜੀ ਚਿੰਤਾਜਨਕ ਹੈ। ਅੱਛਾ ਹੁੰਦਲ ਸਾਹਿਬ, ਚਲੋ ਮੈਂ ਇਹਦੇ ਪਿਛੋਕੜ 'ਚ ਨਹੀਂ ਜਾਂਦਾ, ਕਿਉਂਕਿ ਬਹੁਤ ਚਿਰ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਜਿਹੜੀ ਇਹ ਨਫ਼ਰਤ ਵਾਲੀ ਜਿਹੜੀ ਰਾਜਨੀਤੀ ਸੀ, ਜਾਂ ਜਿੱਦਾਂ ਪਾਕੀ ਕਹਿਣਾ, ਜਾਂ ਜਿਹੜੇ ਇਮੀਗ੍ਰੈਂਟ ਨੇ ਉਹਨਾਂ ਨਾਲ ਨਫ਼ਰਤ ਭਰਿਆ ਵਰਤਾਓ ਕਰਨਾ, ਉਹਨਾਂ ਉੱਤੇ ਥੁੱਕਣਾ ਜਾਂ ਉਹਨਾਂ ਨੂੰ ਰੋਕ ਕੇ ਗਾਲੀ ਗਲੋਚ ਕਰਨਾ, ਇਹ ਗੱਲ ਜਿਹੜੀ ਹੈ ਯੂਰਪ 'ਚ ਵਧੇਰੇ ਜਾਣੀ ਜਾਂਦੀ ਸੀਗੀ। ਪਰ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਕਿ ਕੈਨੇਡਾ ਵਰਗੇ ਮੁਲਕ ਵਿੱਚ ਵੀ ਇਹ ਚੀਜ਼ ਹੋ ਰਹੀ ਆ, ਕਿਤੇ ਇਹ ਦੁਬਾਰਾ ਰਿਵਾਈਵ ਤੇ ਨਹੀਂ ਹੋ ਰਿਹਾ ਜਿਹੜਾ ਇਹ ਸਾਰਾ ਕੁਝ ਵਰਲਡ ਵਾਈਡ ਨੈਸ਼ਨਲਿਜ਼ਮ ਦਾ ਏਜੰਡਾ ਚੱਲ ਰਿਹਾ ਆ, ਤੇ ਜਿਸ ਤਰੀਕੇ ਨਾਲ ਐਕਸਟ੍ਰੀਮ ਰਾਈਟ ਗਰੁੱਪ ਹਾਵੀ ਹੋ ਰਹੇ ਆ, ਇੰਡੀਆ ਤੋਂ ਲੈ ਕੇ ਤੁਸੀਂ ਇਟਲੀ, ਤੁਸੀਂ ਦੁਨੀਆ ਦੇ ਕਿਸੇ ਕੋਨੇ ਚਲੇ ਜਾਓ, ਇੰਗਲੈਂਡ ਚਲੇ ਜਾਓ, ਈਵਨ ਦੋ ਹੁਣ ਭਾਵੇਂ ਉੱਥੇ ਡੈਮੋਕ੍ਰੇਟ ਆ ਗਏ ਨੇ, ਪਰ ਫਿਰ ਵੀ ਜਿਸ ਤਰ੍ਹਾਂ ਟਰੰਪ ਦਾ ਈਰਾ ਨਿਕਲਿਆ ਆ, ਜਿਸ ਤਰੀਕੇ ਨਾਲ ਹੁਣ ਆਪਣੇ ਮੁਲਕ 'ਚ ਸਮੱਸਿਆਵਾਂ ਸ਼ੁਰੂ ਹੋ ਗਈਆਂ ਨੇ, ਕਿਤੇ ਨਾ ਕਿਤੇ ਲੋਕ ਜਿੱਦਾਂ ਤਾਕਤਵਰ ਹੋ ਰਹੇ ਨੇ ਵਰਲਡ ਵਾਈਡ, ਤੇ ਇਹ ਇੱਕ ਤਰ੍ਹਾਂ ਦੀ ਇੱਕ ਨਵੀਂ ਸਟਰੈਂਥ ਗੇਨ ਕਰ ਰਹੇ ਲੱਗਦੇ ਨੇ। ਪੁਰਾਣੇ ਸਮਿਆਂ ਵਾਲੀ ਗੱਲ ਜਿਹੜੀ ਆ, ਜਿੱਦਾਂ ਮੈਂ ਕਿਹਾ ਕਿ ਯੂਰਪ ਦੇ ਵਿੱਚ ਬਹੁਤ ਜੀਣਾ ਹਰਾਮ ਕੀਤਾ ਹੋਇਆ ਸੀ ਕਿਸੇ ਸਮੇਂ, ਇਹਨਾਂ ਨੂੰ ਆਪਣੇ ਲੋਕਾਂ ਨੂੰ ਪਾਕੀ ਕਹਿ ਕੇ ਜਾਂ ਕੁਝ ਇਸ ਤਰ੍ਹਾਂ ਦੇ ਸ਼ਬਦ ਬੋਲ ਕੇ ਜਿਹੜਾ ਸੀ ਉਹ ਕਾਫੀ ਜ਼ਿਆਦਾ ਜਲੀਲ ਕੀਤਾ ਜਾਂਦਾ ਸੀਗਾ। ਹੁਣ ਤੁਹਾਨੂੰ ਕੀ ਲੱਗਦਾ ਕਿ ਕੀ ਇਦਾਂ ਦੀ ਕੋਈ ਵਾਪਸੀ ਹੋਣ ਦੀ ਸੰਭਾਵਨਾ ਹੈ, ਜਾਂ ਫਿਰ ਸਰਕਾਰ ਜਿਹੜੀ ਆ ਇਹਦੇ ਲਈ ਕੋਈ ਜਿਹੜੇ ਆ ਉਹ ਮਈਅਰ ਜਿਹੜੇ ਆ ਉਹ ਕਰੇਗੀ? ਹਰਜੀਤ ਜੀ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਅਸੀਂ ਦੇਖਿਆ ਜਿਹੜੀ ਲਿਬਰਲ ਆਈਡੀਓਲੋਜੀ ਆ ਜਾਂ ਲਿਬਰਲਿਜ਼ਮ ਆ, ਉਹ ਕਿਉਂਕਿ ਉਹ ਲੋਕਾਂ ਦੇ ਇਸ਼ੂਜ਼ ਰਿਜ਼ੋਲਵ ਕਰਨ 'ਚ ਉਹ ਫੇਲ ਹੋਈ, ਉਸ ਸਮੇਂ ਦੌਰਾਨ ਵੀ ਜਿਹੜਾ ਲੋਕਾਂ ਦੀ ਆਮਦਨ 'ਚ ਪਾੜਾ ਵਧਿਆ, ਜਿਹੜੀ ਕਿ ਇੰਡਸਟਰੀਅਲ ਕਲਾਸ ਆ, ਕਾਰਪੋਰੇਟ ਹਾਊਸਿਸ ਆ, ਉਹਨਾਂ ਦੀ ਬਹੁਤ ਵਧੀ ਸੰਪਤੀ। ਔਰ ਅਸੀਂ ਆਫਟਰ ਸੈਕੰਡ ਵਰਲਡ ਵਾਰ ਜੇ ਵੇਖਿਆ ਜਾਵੇ ਤੇ ਵੇਜਿਸ ਸਟੈਗਨੇਟ ਆ, ਰੀਅਲ ਵੇਜਿਸ ਤੇ ਪ੍ਰੋਡਕਟਿਵਿਟੀ 4 ਟਾਈਮਸ ਵਧੀ ਹੈ। ਇੱਕ ਬੰਦਾ 4 ਗੁਣਾ ਵੱਧ ਪੈਦਾ ਕਰ ਰਿਹਾ, ਪਰ ਉਹਦੀਆਂ ਰੀਅਲ ਵੇਜਿਸ ਸਟੈਗਨੈਂਟ ਆ।
ਤੋ ਲਗਾਤਾਰ ਜਿਹੜਾ ਸੰਕਟ ਡੂੰਘਾ ਹੁੰਦਾ ਗਿਆ ਔਰ ਫਾਈਨੈਂਸ਼ੀਅਲਾਈਜੇਸ਼ਨ ਨੂੰ ਜਿਹੜੀ ਹਵਾ ਦਿੱਤੀ, ਕਿਉਂਕਿ ਵੇਜਸ ਵਧੀਆਂ ਨਹੀਂ, ਪ੍ਰੋਡਕਸ਼ਨ ਹੋ ਰਹੀ ਆ। ਉਹਨਾਂ ਨੇ ਕਿਹਾ ਕਿ ਫਿਰ ਲੋਕੀ ਚੀਜ਼ਾਂ ਕਿੱਦਾਂ ਖਰੀਦਣ ਜਿਹੜੀਆਂ ਅਸੀਂ ਪੈਦਾ ਕੀਤੀਆਂ, ਕਿਉਂਕਿ ਇਹ ਕ੍ਰਾਈਸਿਸ ਪੈਦਾ ਕਰਦੀ ਚੀਜ਼। ਤੇ ਉਹਨਾਂ ਨੇ ਕਿਹਾ ਇਹਨਾਂ ਨੂੰ ਡੈਟ ਦਿਓ, ਕ੍ਰੈਡਿਟ ਕਾਰਡਸ, ਲਾਈਨ ਆਫ ਕ੍ਰੈਡਿਟਸ, ਇਹ ਸਸਤੀਆਂ ਦਰਾਂ ਤੇ ਵਿਆਜ ਦਿਓ। ਉਹਦੇ ਨਾਲ ਇਹਨਾਂ ਨੇ ਸੰਕਟ ਚਲਾਇਆ, ਪਰ ਉਹ ਕਿੰਨੀ ਕੁ ਦੇਰ ਚੱਲਣਾ ਸੀ। ਤੋ ਜਿਹੜਾ ਸੰਕਟ ਵਾ ਇਹਨਾਂ ਇੰਡਸਟਰੀਅਲਾਈਜ਼ਡ ਕੰਟਰੀਜ਼ ਦਾ, ਉਹ ਵੱਡਾ ਹੋਇਆ ਬਸ਼ਰਤੇ ਕਿ ਇਹਦੇ ਵਿਰੋਧ 'ਚ ਕੋਈ ਚੰਗੀਆਂ ਲੋਕ ਪੱਖੀ ਲਹਿਰਾਂ ਉੱਠਦੀਆਂ, ਉਹ ਉੱਠੀਆਂ ਵੀ ਆ। ਪਰ ਬਹੁਤ ਸਾਰੇ ਜਿਹੜੇ ਰਿਐਕਸ਼ਨਰੀ ਸੈਕਸ਼ਨਸ ਆਫ ਸੁਸਾਇਟੀ ਆ, ਉਹ ਵੀ ਤੇ ਕੰਮ ਕਰਦੇ ਨਾ ਡਿਵਿਸਿਵ ਪੋਲਿਟਿਕਸ ਨਾਲ, ਕਿ ਜਿਹੜੀ ਲੋਕਾਂ ਦੀ ਯੂਨਿਟੀ ਬਣਦੀ ਆ ਧਰਮ ਤੋਂ, ਰਾਜਨੀਤੀ ਤੋਂ, ਇਲਾਕੇ ਤੋਂ ਉੱਪਰ ਉੱਠ ਕੇ ਸਾਂਝੇ ਮਸਲਿਆਂ ਤੇ, ਉਹਨੂੰ ਕਾਊਂਟਰ ਕਰਨ ਲਈ ਵੀ ਇਸ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਆਉਂਦੀਆਂ। ਤੋ ਇਹ ਖਤਰਾ ਬਿਲਕੁਲ ਬਣ ਰਿਹਾ ਜਿਉਂ-ਜਿਉਂ ਆਰਥਿਕ ਸੰਕਟ ਡੂੰਘਾ ਹੋ ਰਿਹਾ, ਤਿਉਂ-ਤਿਉਂ, ਕਿਉਂਕਿ ਇਹਨੂੰ ਵਾਈਟ ਪਾਪੂਲਿਜ਼ਮ ਆਂਦੇ ਨਾ। ਅਸੀਂ ਜੇ ਟਰੰਪ ਹੋਰਾਂ ਦੇ ਨਾਅਰੇ ਵੇਖੀਏ ਤੇ ਉਹ ਐਂ ਲੱਗਦਾ ਹੁੰਦਾ ਕਿ ਉਹ ਵਰਕਿੰਗ ਕਲਾਸ ਦੇ ਮਿੱਤਰ ਆ ਜਾਂ ਲੋਕਾਂ ਦੇ ਮਿੱਤਰ ਆ, ਗੱਲ ਇਸ ਤਰੀਕੇ ਨਾਲ ਕਰਦੇ, ਪਰ ਅਸਲ 'ਚ ਉਹ ਹੈ ਨਹੀਂ। ਉਹ ਐਕਸਪੋਜ਼ ਹੋ ਜਾਂਦੇ ਛੇਤੀ, ਕਿਉਂਕਿ ਉਹ ਤੇ ਵਰਕਿੰਗ ਕਲਾਸ ਦੇ ਨਾਲ ਨਹੀਂ ਨਾ ਖਲੋਂਦੇ। ਜਿਹੜੇ ਮਿਹਨਤਕਸ਼ ਲੋਕ ਆ ਜਾਂ ਆਮ ਜਿਹੜੇ ਕੋਈ ਔਰਤਾਂ ਵਾ ਜਾਂ ਇਮੀਗ੍ਰੈਂਟਸ ਆ ਜਾਂ ਹੋਰ ਆ, ਤੋ ਇਹ ਨਾਰਾ ਦੇ ਕੇ ਕਈ ਵਾਰੀ ਲੋਕਾਂ 'ਚ ਪਾਪੂਲਰ ਹੋ ਜਾਂਦੇ। ਔਰ ਕਈ ਵਾਰੀ ਹੇਟ ਡਿਵਿਸਿਵ ਪੋਲਿਟਿਕਸ ਤੇ ਵੀ ਉਹਦੇ 'ਚ ਕਈ ਵਾਰੀ ਤੁਸੀਂ ਨੋਟਿਸ ਕੀਤਾ ਹੋਣਾ, ਜੇ ਅਸੀਂ ਕਹਿੰਦੇ ਵਾਈਟ ਸੁਪਰਮਿਸਟਸ ਗਰੁੱਪ ਕੰਮ ਕਰਦੇ ਆ, ਔਰ ਕਈ ਵਾਰੀ ਕੁਛ ਵੈਰੀ ਨੋਮੀਨਲ ਸੈਕਸ਼ਨਸ ਆਫ ਹੋਰ ਕਮਿਊਨਿਟੀ ਦੇ ਵੀ ਉਹਦਾ ਕਈ ਵਾਰੀ ਸ਼ਿਕਾਰ ਹੋ ਜਾਂਦੇ। ਤੋ ਜੇ ਇਹਨੂੰ ਚੈੱਕ ਨਾ ਕੀਤਾ ਜਾਵੇ, ਖਤਰਾ ਵੱਧ ਸਕਦਾ। ਜਿਵੇਂ ਤੁਸੀਂ ਯੂਰਪ 'ਚ ਕਿਹਾ, ਉੱਥੇ ਬਹੁਤ ਮਜ਼ਬੂਤ ਹੋਏ ਆ ਲਗਭਗ ਹਰ ਕੰਟਰੀ 'ਚ। ਸਾਡੇ ਕੈਨੇਡਾ 'ਚ ਵੀ ਸਰਕਾਰਾਂ ਨੂੰ ਇਹਨਾਂ ਨੂੰ ਬੈਨ ਕਰਨਾ ਚਾਹੀਦਾ, ਹੇਟ ਗਰੁੱਪਸ ਤੇ ਐਕਸ਼ਨ ਲੈਣਾ ਚਾਹੀਦਾ। ਇਹਨਾਂ ਨੂੰ ਇਸ ਤਰ੍ਹਾਂ ਖੁੱਲੇ ਜਿਹੜਾ ਇਸ ਤਰ੍ਹਾਂ ਬਿਆਨਬਾਜ਼ੀ ਕਰਦੇ ਆ, ਇਹ ਆਉਣ ਵਾਲੇ ਸਮੇਂ 'ਚ ਖਤਰਾ ਹੋ ਸਕਦੇ, ਫਿਰ ਕਾਬੂ ਕਰਨਾ ਔਖਾ ਹੋ ਜੂ। ਦੂਸਰਾ, ਜਿੰਨੇ ਵੀ ਲੋਕ ਸ਼ਾਂਤੀ ਪਸੰਦ ਲੋਕ ਆ, ਜਿਹੜੇ ਚਾਹੁੰਦੇ ਕਿ ਲੋਕ ਪਿਆਰ ਮੁਹੱਬਤ ਨਾਲ ਰਹਿਣ, ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਏਕੇ ਨਾਲ ਰਹਿਣ, ਉਹਨਾਂ ਨੂੰ ਵੀ ਸਰਗਰਮ ਹੋ ਕੇ ਸਰਕਾਰਾਂ ਤੋਂ ਮੰਗ ਕਰਨੀ ਚਾਹੀਦੀ ਆ ਔਰ ਕਾਊਂਟਰ ਕਰਨਾ ਚਾਹੀਦਾ ਇਹਨਾਂ ਹੇਟ ਗਰੁੱਪਸ ਨੂੰ, ਜਿਹੜੇ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਲਈ ਵੀ ਸਮੱਸਿਆਵਾਂ ਪੈਦਾ ਕਰ ਸਕਦੇ ਧਰਮ, ਜਾਤ, ਰੰਗ ਦੇ ਨਾਂ ਤੇ। ਜੀ ਅੱਛਾ, ਵਾਲੀ ਗੱਲ ਆ ਜੀ। ਜਿਵੇਂ ਤੁਸੀਂ ਆਇਡੈਂਟੀਫਾਈ ਕਰ ਰਹੇ ਹੋ ਕਿ ਕੈਪੀਟਲਿਸਟ ਸਿਸਟਮ ਦੀ ਜਿਹੜੀ ਆ ਇੱਕ ਵੱਡੀ ਕਮਜ਼ੋਰੀ ਆ, ਜਿਹਦੇ ਚੋਂ ਸਾਰੀਆਂ ਚੀਜ਼ਾਂ ਨਿਕਲ ਰਹੀਆਂ ਨੇ, ਜਿੱਦਾਂ ਇਕਨੋਮੀ ਦਾ ਬਰਬਾਦ ਹੋਣਾ ਜਾਂ ਫਿਰ ਵੇਜਸ ਦਾ ਉਹਦੀ ਸਟੈਗਨੇਸ਼ਨ ਹੋ ਜਾਣੀ, ਉਹਨੂੰ ਉੱਥੇ ਸੀਜ਼ ਕਰ ਦੇਣਾ ਇੱਕ ਕਿਸਮ ਦਾ, ਲੋਕਾਂ ਦੀ ਪਰਚੇਜ਼ਿੰਗ ਪਾਵਰ ਘਟਣਾ, ਡੈਟ ਵੱਧ ਜਾਣਾ, ਯਾਨੀ ਕਿ ਸਾਰੇ ਮੁੱਦੇ ਆਰਥਿਕ ਮੁੱਦੇ ਨੇ ਤੇ ਉਹਨਾਂ ਤੋਂ ਧਿਆਨ ਲਾਂਭੇ ਕਰ ਨਹੀਂ ਕੀਤਾ ਜਾ ਰਿਹਾ। ਇਹਦਾ ਫਿਰ ਸਥਾਈ ਹੱਲ ਤੁਸੀਂ ਕੀ ਸੋਚਦੇ ਹੋ ਕਿ ਇਸ ਸਿਸਟਮ 'ਚ ਰਹਿੰਦਿਆਂ ਕੋਈ ਇਹਦਾ ਸਥਾਈ ਹੱਲ ਆਪਾਂ ਨੂੰ ਨਜ਼ਰ ਆਉਂਦਾ ਦੂਰ ਦੂਰ ਤੱਕ? ਹਾਂਜੀ ਹਰਜੀਤ ਜੀ, ਹੱਲ ਇਹਦਾ ਇਹ ਆ ਕਿ ਇੱਕ ਤੇ ਗੌਰਮੈਂਟ ਦਬਾਅ ਪਾਇਆ ਜਾਵੇ ਕਿ ਇਹਨਾਂ ਨੂੰ ਜਿਹੜੇ ਜਿੰਨੇ ਵੀ ਹੇਟ ਗਰੁੱਪਸ ਆ, ਕੋਈ ਵੀ ਜਿਹੜਾ ਕੋਈ ਗਰੁੱਪ ਜਾਂ ਪਾਰਟੀ ਨਫ਼ਰਤ ਪੈਦਾ ਕਰਦੀ ਆ, ਇਹ ਲੋਕਾਂ ਨੂੰ ਵੰਡਦੀ ਆ ਨਸਲ ਤੇ, ਰੰਗ ਤੇ, ਧਰਮ ਦੇ ਆਧਾਰ ਤੇ, ਉਹਨਾਂ ਨੂੰ ਬੈਨ ਕਰਨਾ ਚਾਹੀਦਾ। ਦੂਸਰੀ ਗੱਲ ਇਹ ਆ ਕਿ ਜਿਹੜੀ ਯੂਨਿਟੀ ਆ ਲੋਕਾਂ ਦੀ ਇਸ਼ੂ ਬੇਸਡ, ਜਿੰਨੀਆਂ ਵੀ ਉਹ ਵੱਖ-ਵੱਖ ਜੇ ਯੂਨੀਅਨਾਂ ਵਾ ਲੇਬਰ ਦੀਆਂ ਜਾਂ ਹੋਰ, ਉਹਨਾਂ ਨੂੰ ਵੀ ਇਹਨਾਂ ਇਸ਼ੂਜ਼ ਪ੍ਰਤੀ ਮਤੇ ਪਾਉਣੇ ਚਾਹੀਦੇ, ਆਪਣੇ ਵਰਕਰਸ ਨੂੰ ਐਜੂਕੇਟ ਕਰਨਾ ਚਾਹੀਦਾ। ਔਰ ਗੌਰਮੈਂਟ ਨੂੰ ਜਿਹੜਾ ਕੋਈ ਸਾਡਾ ਐਜੂਕੇਸ਼ਨ ਸਿਸਟਮ ਆ, ਸਾਡੀਆਂ ਵਰਕ ਪਲੇਸਿਸ ਆ, ਉਹਨਾਂ 'ਚ ਲਾਗੂ ਕਰਨਾ ਚਾਹੀਦਾ ਕਿ ਜਿੱਥੇ ਵੀ ਕੋਈ ਹੇਟ ਗਰੁੱਪ ਜਾਂ ਕੋਈ ਬੰਦਾ ਰੇਸਿਜ਼ਮ ਕਰਦਾ, ਕਿਉਂਕਿ ਤੁਸੀਂ ਦੇਖੋ ਸਿਸਟੈਮਿਕ ਰੇਸਿਜ਼ਮ ਆ ਬੇਸਿਕਲੀ ਜਿਹੜੀ ਕੈਪੀਟਲਿਸਟ ਸੁਸਾਇਟੀ ਆ, ਇਹ ਰੇਸਿਜ਼ਮ ਨੂੰ ਬਰਕਰਾਰ ਰੱਖਦੀ ਆ, ਰੇਸਿਜ਼ਮ ਨੂੰ ਇਹ ਪ੍ਰਮੋਟ ਕਰਦੀ। ਤੋ ਮੈਂ ਸਮਝਦਾ ਕਿ ਮੰਗ ਕੀਤੀ ਜਾਣੀ ਚਾਹੀਦੀ ਔਰ ਸਰਕਾਰ ਨੂੰ ਕੰਮਾਂ ਤੇ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਵੀ ਕਿਸੇ ਨਾਲ ਵੀ ਵਿਤਕਰਾ ਨਾ ਹੋਵੇ, ਨਫ਼ਰਤ ਜੇ ਕੋਈ ਕਰਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ। ਔਰ ਇੱਕ ਬਰੋਡ ਬੇਸਡ ਜਿਹੜੀ ਯੂਨਿਟੀ ਆ ਲੋਕਾਂ ਦੀ ਅਗੇਂਸਟ ਹੇਟ, ਇਹ ਜਿੰਨੇ ਵਾਈਟ ਸੁਪਰਮਿਸਟ, ਇਹ ਜਿੰਨੇ ਵੀ ਐਕਸਟ੍ਰੀਮ ਰਾਈਟ ਦੇ ਗਰੁੱਪ ਆ, ਇਹਦੇ ਖਿਲਾਫ ਜੇ ਇੱਕ ਵੱਖ-ਵੱਖ ਸੈਕਸ਼ਨਸ ਆਫ ਦਾ ਸੁਸਾਇਟੀ ਇਕੱਠੇ ਹੋ ਕੇ ਇਹਨਾਂ ਨੂੰ ਡਿਫੀਟ ਕਰਨ। ਸਿਰਫ ਸਰਕਾਰ ਦਾ ਵੀ ਫਰਜ਼ ਬਣਦਾ, ਪਰ ਲੋਕਾਂ 'ਚ ਵੀ ਇਹਦੀ ਚੇਤਨਤਾ ਪੈਦਾ ਕਰਨ ਦੀ ਲੋੜ ਆ। ਬਹੁਤ ਸਾਰੇ ਲੋਕ ਕਈ ਵਾਰੀ ਸਮਝਦੇ ਆ ਕਿ ਮੈਨੂੰ ਕੀ, ਮੈਂ ਤੇ ਆਪਣੇ ਸਵੇਰੇ 8-10 ਘੰਟੇ ਲਾਇਆ, ਮੈਨੂੰ ਕੀ ਜੀ, ਮੇਰੀ ਤੇ ਮੌਰਗੇਜ ਜਾਵੇ ਜਾਂ ਹੋਰ। ਪਰ ਇਸ ਤਰ੍ਹਾਂ ਪਾਸਾ ਵਟਿਆ, ਉਹ ਜਿੱਦਾਂ ਬਿੱਲੀ ਤੋਂ ਕਬੂਤਰ ਪਾਸਾ ਵੱਟ ਕੇ ਬੈਠਾ ਸੀ। ਤੁਹਾਡੇ ਲਈ ਕਿਸੇ ਵੇਲੇ ਵੀ ਇਹ ਸੰਕਟ ਪੈਦਾ ਕਰ ਸਕਦੇ, ਤੁਹਾਡੇ ਬੱਚਿਆਂ ਦੇ ਭਵਿੱਖ ਲਈ, ਉਹਨਾਂ ਦੇ ਰੁਜ਼ਗਾਰ ਦੇ ਮੌਕਿਆਂ ਲਈ, ਉਹਨਾਂ ਦੇ ਆਮ ਫ੍ਰੀ
ਫ੍ਰੀ ਮੂਵ ਕਰਨ ਚ ਨੇਰੇ ਸਵੇਰੇ ਤੁਸੀਂ ਕੰਮਾਂ ਤੋਂ ਆਉਣੇ ਜਾਂਦੇ, ਤੁਹਾਡੇ ਤੇ ਹਮਲੇ ਵੀ ਹੋ ਸਕਦੇ, ਤੋ ਇਹ ਜ਼ਰੂਰੀ ਆ ਇਹ ਕਾਊਂਟਰ ਕਰਨਾ ਇਹਨਾਂ ਹੇਟ ਗਰੁੱਪਸ ਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੁੰਦਲ ਸਾਹਿਬ। ਕਿਸੇ ਦਿਨ ਆਪਾਂ ਪੂਰੀ ਸਟੋਰੀ ਜਿਹੜੀ ਆ, ਜਿਹੜੇ ਹੇਟ ਗਰੁੱਪ ਨੇ ਵਰਲਡ ਦੇ ਵਿੱਚ ਉਹਨਾਂ ਦੀ ਕੀ ਹਿਸਟਰੀ ਰਹੀ, ਕਿੱਥੇ ਕਿੱਥੇ ਕਿੱਦਾਂ ਦੀਆਂ ਘਟਨਾਵਾਂ ਹੋਈਆਂ ਤੇ ਉਹਨਾਂ ਨੂੰ ਕਾਊਂਟਰ ਕਰਨ ਲਈ ਕਿੱਦਾਂ ਲੋਕ ਖੜੇ ਹੋਏ, ਇਹ ਪੂਰੀਆਂ ਜਿਹੜੀਆਂ ਤਹਿਰੀਕ ਚੱਲੀਆਂ, ਜਿਹੜੀਆਂ ਮੂਵਮੈਂਟ ਚੱਲੀਆਂ, ਉਹਨਾਂ ਦੇ ਉੱਤੇ ਆਪਾਂ ਵਿਸਥਾਰ 'ਚ ਗੱਲ ਕਰਾਂਗੇ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਗਵਰਨਮੈਂਟ ਇਹਨਾਂ ਨੂੰ ਕਿੱਦਾਂ ਟੈਕਲ ਕਰਦੀ ਆ, ਕਿਸ ਤਰ੍ਹਾਂ ਉੱਥੋਂ ਰਾਜਧਾਨੀ ਆਟਵਾ ਤੋਂ ਇਹਨਾਂ ਨੂੰ ਖਦੇੜਿਆ ਜਾਂਦਾ ਹੈ ਜਾਂ ਇਹਨਾਂ ਨੂੰ ਮਨਾ ਕੇ ਪਲੋਸ ਕੇ ਕਿਸ ਤਰ੍ਹਾਂ ਗੱਲਬਾਤ ਦੀ ਟੇਬਲ ਤੇ ਲਿਆ ਕੇ ਇਹਨਾਂ ਨਾਲ ਗੱਲ ਮੁਕਾਈ ਜਾਂਦੀ ਆ। ਸੋ ਸਾਡਾ ਸਾਰਿਆਂ ਦਾ ਧਿਆਨ ਉਧਰ ਲੱਗਾ ਰਹੇਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਰਪੂਰ ਜਾਣਕਾਰੀ ਦੇਣ ਲਈ। ਹਰਜੀਤ ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਔਰ ਮੇਰੇ ਵੱਲੋਂ ਪੰਜਾਬੀ ਸਰੋਤਿਆਂ ਦੇ ਸਾਰੇ ਸਰੋਤਿਆਂ ਨੂੰ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਓਕੇ, ਸ਼ੁਕਰੀਆ ਸਰ, ਸ਼ੁਕਰੀਆ।